नहमदु व नसल्ली अला रसूलिहिल करीम अम्मा बाद औज़ु बिल्लाहि मिनश शैतानिर रजीम बिस्मिल्लाहिर रहमानिर रहीम अस्सलामु अलैकुम व रहमतुल्लाहि व बरकातहू। मैं इंतहाई अदना गुलामो कनीस और खात्मा दीन इस्लाम रुबीना अकमल तुहाडे नाल मुखातब हां ते तुसी खास बफसले खुदा और हुक्मे खुदा सूरत अल मोमिनून पारा नंबर 18 दियां आयात दी तिलावत, उदा तर्जमा और उदी तफसीर ਨੂੰ ਸੁਣਨ ਦੀ ਸਾਦਤ ਹਾਸਲ ਕਰੋਗੇ और इंशाअल्लाह ਤੁਸੀਂ ਇਸ ਸੂਰਤ ਨੂੰ ਇਸ ਤਰ੍ਹਾਂ ਸੁਣ ਸਕੋਗੇ ਕਿ ਤੁਸੀਂ ਬਹੁਤ ਅੱਛੇ ਤਰੀਕੇ ਨਾਲ ਇਹਦੇ ਮਾਨੀ ਤੇ ਮਤਲਬ ਵੀ ਸਮਝ ਲਓਗੇ इंशाअल्लाह। ਇਸ ਤੋਂ ਪਹਿਲੇ ਪਾਠ ਦੇ ਵਿੱਚ ਮੈਂ ਆਇਤ ਨੰਬਰ 99 ਦੀ ਤਿਲਾਵਤ ਕੀਤੀ ਸੀ और मौत ਦਾ ਜ਼ਿਕਰ ਕੀਤਾ ਸੀ कि एक अल्लाह ताला ने फरमाया है कि हत्ता इज़ा जाअ अहदहुमुल मौत क़ाल रब्बि अर्जिऊन कि अल्लाह ताला ਨੂੰ फरमाया ਜਾਂਦਾ है कि ए मेरे रब ਮੈਨੂੰ ਵਾਪਸ ਦੁਨੀਆ 'ਚ ਭੇਜ ਤਾਂ ਕਿ ਮੈਂ ਕੋਈ ਚੰਗਾ ਕੰਮ ਕਰ ਸਕਾਂ। ਜਦੋਂ ਵੀ ਕਿਸੇ ਇਨਸਾਨ ਨੂੰ ਮੌਤ ਆਂਦੀ ਹੈ ਜਿਹੜਾ ਮੁਸਲਮਾਨ ਨਹੀਂ ਹੁੰਦਾ तो दी घबराहट का जिक्र सी और एक मोमन दी मौत का जिक्र सी। मैं मोमन दी मौत का जिक्र ते कीता सी लेकिन वक्त दी कमी ते बाइस उदा जिहड़ा दूसरा पार्ट सी नबी करीम सल्लल्लाहु अलैहि वसल्लम दी हदीस दी रोशनी च ओ इस पार्ट दे विच मैं ओनू मुकम्मल करांगी ਤਾਂ ਜੇ ਇੱਕ ਮੁਸਲਮਾਨ ਦੀ ਤੇ ਬਾਰੇ ਤੁਹਾਨੂੰ ਇਲਮ ਹੋ ਚੁੱਕਿਆ ਹੈ ਤੇ ਹੁਣ ਇੱਕ ਕਾਫਰ ਦੀ ਮੌਤ ਦੇ ਬਾਰੇ ਚ ਵੀ ਕੁਰਾਨ ਪਾਕ ਔਰ ਹਦੀਸੇ ਨਬਵੀ ਦੀ ਰੋਸ਼ਨੀ ਦੇ ਵਿੱਚ ਤੁਹਾਨੂੰ ਪਤਾ ਚੱਲ ਜਾਏ ਤੇ ਇਸ ਆਇਤ ਦੀ ਅੱਛੀ ਤਰ੍ਹਾਂ ਤਸ਼ਰੀਹ ਹੋ ਜਾਏ। ਕਬਰ ਦੇ ਵਿੱਚ ਆਉਣ ਵਾਲੇ ਫਰਿਸ਼ਤਿਆਂ ਨੂੰ ਮੁਨਕਿਰ ਤੇ ਨਕੀਰ ਆਖਿਆ ਜਾਂਦਾ ਹੈ। ਇਹਨਾਂ ਦਾ ਚਿਹਰਾ ਸਿਆਹ ਅੱਖਾਂ, ਕੀਰੇ ਰੰਗ ਦੀਆਂ ਵੱਡੀਆਂ ਵੱਡੀਆਂ ਚਮਕਦਾਰ ਦੰਦ, ਗਾਂ ਦੇ ਸਿੰਘਾਂ ਵਰਗੇ ਵੱਡੇ ਵੱਡੇ ਤੇ ਆਵਾਜ਼ ਬਿਜਲੀ ਦੀ ਤਰ੍ਹਾਂ ਗਰਜਦਾਰ ਹੁੰਦੀ ਏ। ਆਪਣੇ ਦੰਦਾਂ ਦੇ ਨਾਲ ਉਹ ਜ਼ਮੀਨ ਉਖੇੜਦੇ ਨੇ ਔਰ ਗਰਜਦਾਰ ਆਵਾਜ਼ ਦੇ ਵਿੱਚ ਪੁੱਛਦੇ ਨੇ, ਮਨ ਰੱਬੋ ਕਾ, ਤੇਰਾ ਰੱਬ ਕੌਣ ਏ? ਮਨ ਨਬੀਓ ਕਾ, ਤੇਰਾ ਨਬੀ ਕੌਣ ਏ? ਤੇ ਮਾਂ ਦੀਨੋ ਕਾ, ਤੇਰਾ ਦੀਨ ਕਿਹੜਾ ਏ? मोमन आदमी कबर दी तारीकी, तन्हाई ते मुनकरो नकीर दे इंतहाई डरावने चेहरे वेखन दे बावजूद किसी किस्म दा खौफ ते घबराहट महसूस नहीं करता। उन्हों कलमा ला इलाहा इल्लल्लाह मुहम्मद रसूलुल्लाह उत्थे साबित कदम रखता है और पूरे इत्मीनान दे नाल मुनकरो नकीर दे सवालां दा जवाब दिंदा है। ते बाज़ अहले ईमान नू सवालो जवाब दे वक्त सूरज गरूब ਹੁੰਦਾ ਵਿਖਾਇਆ ਜਾਂਦਾ ਹੈ। ਚੁਨਾਚਾ ਮੂਮਨ ਆਦਮੀ ਫਰਿਸ਼ਤਿਆਂ ਦੇ ਸਵਾਲ ਦੇ ਜਵਾਬ ਦੇ ਵਿੱਚ ਆਖਦਾ ਹੈ, ਜ਼ਰਾ ਠਹਿਰੋ, ਮੈਂ ਪਹਿਲੇ ਨਮਾਜ਼ੇ ਅਸਰ ਅਦਾ ਕਰ ਲਾਂ, ਮੈਂ ਤੁਹਾਡੇ ਸਵਾਲਾਂ ਦਾ ਜਵਾਬ ਦਵਾਂਗਾ। ਲੇਕਿਨ ਜਦੋਂ ਇਹਨੂੰ ਇਹ ਮਾਲੂਮ ਹੁੰਦਾ ਹੈ ਕਿ ਇਹ ਨਮਾਜ਼ ਅਦਾ ਕਰਨ ਦੀ ਜਗ੍ਹਾ ਨਹੀਂ ਤੇ ਫਿਰ ਉਹ ਮੁਨਕਰੋ ਨਕੀਰ ਦੇ ਸਵਾਲਾਂ ਦੇ ਜਵਾਬ ਦਿੰਦਾ ਹੈ। ਸਵਾਲੋ ਜਵਾਬ ਦੇ ਬਾਅਦ ਜਹੰਨਮ ਦੀ ਤਰਫ ਇੱਕ ਸੁਰਾਖ ਕਰਕੇ ਮੂਮਨ ਆਦਮੀ ਨੂੰ ਜਹੰਨਮ ਦੀ ਅੱਗ ਵਿਖਾਈ ਜਾਂਦੀ ਹੈ ਔਰ ਇਹਨੂੰ ਦੱਸਿਆ ਜਾਂਦਾ ਹੈ ਕਿ ਇਹ ਵੇ ਉਹ ਅੱਗ ਜਿਸ ਤੋਂ ਅੱਲਾਹ ਨੇ ਤੈਨੂੰ ਆਪਣੇ ਫਜ਼ਲ ਨਾਲ ਬਚਾ ਲਿਆ। ਫਿਰ ਜੰਨਤ ਦੀ ਤਰਫ ਇੱਕ ਸੁਰਾਖ ਜਾਂ ਦਰਵਾਜ਼ਾ ਖੋਲਿਆ ਜਾਂਦਾ ਹੈ ਜਿਹਦੇ ਕੋਲੋਂ ਮੂਮਨ ਆਦਮੀ ਜੰਨਤ ਦੀਆਂ ਨਿਮਤਾਂ ਦਾ ਨਜ਼ਾਰਾ ਕਰਕੇ ਖੁਸ਼ੀ ਮਹਿਸੂਸ ਕਰਦਾ ਹੈ। ਇਸ ਵਕਤ ਮੂਮਨ ਨੂੰ ਜੰਨਤ ਦੇ ਵਿੱਚ ਇਹਦਾ ਘਰ ਵੀ ਵਿਖਾਤਾ ਜਾਂਦਾ ਹੈ। ਇਹਦੀ ਕਬਰ 70 ਹੱਥ ਜਾਂ ਹੱਦੇ ਨਿਗਾਹ ਤੱਕ ਫਰਾਖ ਕਰ ਦਿੱਤੀ ਜਾਂਦੀ ਹੈ ਤੇ 14ਵੀਂ ਦੇ ਚੰਨ ਜੈਸੀ ਚਾਂਦਨੀ ਨਾਲ ਮੁਨੱਵਰ ਕਰ ਦਿੱਤੀ ਜਾਂਦੀ ਹੈ। ਜੰਨਤ ਦਾ ਖੁਸ਼ਬੂਦਾਰ ਲਿਬਾਸ ਇਹਨੂੰ ਪਹਿਨਾ ਦਿੱਤਾ ਜਾਂਦਾ ਹੈ। ਜੰਨਤ ਦਾ ਖੁਸ਼ਬੂਦਾਰ ਆਰਾਮਦੇਹ ਨਰਮ ਔਰ ਨਾਜ਼ੁਕ ਬਿਸਤਰ ਇਹਨੂੰ ਮੁਹੱਈਆ ਕੀਤਾ ਜਾਂਦਾ ਹੈ। ਕਬਰ ਦੇ ਵਿੱਚ ਮੂਮਨ ਆਦਮੀ ਦੇ ਕੋਲ ਇੱਕ ਖੂਬਸੂਰਤ ਚਿਹਰੇ ਵਾਲਾ ਖੂਬਸੂਰਤ ਔਰ ਖੁਸ਼ਬੂਦਾਰ ਲਿਬਾਸ ਪਹਿਨਿਆ ਹੋਇਆ ਇੱਕ ਆਦਮੀ ਆਉਂਦਾ ਹੈ। ਮੂਮਨ ਇਹਨੂੰ ਪੁੱਛਦਾ ਹੈ, ਤੂੰ ਕੌਣ ਹੈ? ਉਹ ਆਖਦਾ ਹੈ, ਤੇਰੇ ਨੇਕ ਅਮਾਲ ਆ ਤੇ ਆਖਰ ਦੀ ਜ਼ਿੰਦਗੀ ਦੇ ਵਿੱਚ ਤੈਨੂੰ ਆਰਾਮੋ ਤੇ ਇਨਾਮ ਦੀ ਬੁਸ਼ਾਰਤ ਦੇਣਾ ਵਾ। ਤਾਂ ਮੂਮਨ ਆਦਮੀ ਦੁਆ ਕਰਦਾ ਹੈ, ਐ ਮੇਰੇ ਰੱਬ ਕਿਆਮਤ ਜਲਦੀ ਕਾਇਮ ਕਰ ਦੇ ਤਾਂ ਕਿ ਮੈਂ ਆਪਣੇ ਅਹਿਲੋ ਅਯਾਲ ਨੂੰ ਜਲਦੀ ਨਾਲ ਮਿਲ ਸਕਾਂ। ਬਾਜ਼ ਅਹਾਦੀਸ ਦੇ ਵਿੱਚ ਇਹ ਵੀ ਆਇਆ ਹੈ ਕਿ ਮੂਮਨ ਆਦਮੀ ਆਖਦਾ ਹੈ, ਮੈਂ ਆਪਣੇ ਅਹਿਲੋ ਅਯਾਲ ਦੇ ਕੋਲ ਵਾਪਸ ਜਾਣਾ ਚਾਹਨਾ ਵਾਂ ਤਾਂ ਕਿ ਇਹਨੂੰ ਆਪਣੇ ਮੈਂ ਨੇਕ ਅੰਜਾਮ ਤੋਂ ਅਗਾਹ ਕਰ ਸਕਾਂ। ਫਰਿਸ਼ਤੇ ਜਵਾਬ ਦੇ ਵਿੱਚ ਆਖਦੇ ਨੇ, ਅੱਛਾ ਵਾਪਸ ਤੇ ਤੂੰ ਨਹੀਂ ਜਾ ਸਕਦਾ, ਹੁਣ ਤੂੰ ਦੁਲਹਨ ਦੀ ਤਰ੍ਹਾਂ ਆਰਾਮ ਦੀ ਤਰ੍ਹਾਂ ਸੌ ਜਾ। ਯਾਨੀ ਵਾਪਸ ਜਾਣਾ ਤੇ ਤੇਰਾ ਹੁਣ ਮੁਮਕਿਨ ਨਹੀਂ। ਹੁਣ ਜਿਸ ਤਰ੍ਹਾਂ ਅਸੀਂ ਬੜੇ ਨਾਜ਼ੋ ਅੰਦਾਜ਼ ਦੇ ਨਾਲ ਦੁਲਹਨ ਦੇ ਕਮਰੇ ਨੂੰ ਸਜਾਨੇ ਆ ਔਰ ਫਿਰ ਉਹਨੂੰ ਕਹਿੰਦੇ ਆ ਕਿ ਹੁਣ ਤੂੰ ਆਰਾਮ ਕਰ, ਤੇ ਇਸ ਤਰ੍ਹਾਂ ਫਰਿਸ਼ਤੇ ਉਹਨੂੰ ਆਖਦੇ ਨੇ। ਚੁਨਾਚਾ ਮੂਮਨ ਆਦਮੀ ਸੌ ਜਾਂਦਾ ਹੈ ਹੱਤਾ ਕਿ ਕਿਆਮਤ ਦੇ ਰੋਜ਼ ਅੱਲਾਹ ਤਾਲਾ ਇਹਨੂੰ ਇਸ ਤਰ੍ਹਾਂ ਕਬਰ ਚ ਉਠਾਣਗੇ ਇੱਥੋਂ ਤੱਕ ਕਿ ਸਫ਼ਰ ਆਖਰਤ ਦਾ ਅਗਲਾ ਮਰਹਲਾ ਸ਼ੁਰੂ ਹੋਏਗਾ। ਤੇ ਜਦੋਂ ਕਾਫਰ ਦੀ ਮੌਤ ਦਾ ਵਕਤ ਆਂਦਾ ਹੈ, ਹੁਣ ਮੈਂ ਤੁਹਾਨੂੰ ਕਾਫਰ ਦੀ ਮੌਤ ਦੇ ਬਾਰੇ ਦੱਸਣੀ ਆ। ਇਸ ਤੋਂ ਪਿਛਲੇ ਪਾਰਟ ਦੇ ਵਿੱਚ ਸੂਰਤ ਮੂਮਿਨੂਨ ਦੇ ਪਾਰਟ ਚ ਮੈਂ ਤੁਹਾਨੂੰ ਇੱਕ ਮੂਮਨ ਨੂੰ ਜਦੋਂ ਮੌਤ ਆਂਦੀ ਹੈ ਤੇ ਉਹਦਾ ਅਹਿਵਾਲ ਤਫਸੀਲਨ ਦੱਸਿਆ ਸੀ ਇਸੇ ਆਇਤ ਦੀ ਰੋਸ਼ਨੀ ਚ। ਤੇ ਹੁਣ ਕਾਫਰ ਦੀ ਮੌਤ ਦੇ ਬਾਰੇ ਚ ਤੁਹਾਨੂੰ ਮੈਂ ਕੁਝ ਬਿਆਨ ਕਰਾਂਗੀ। ਇਹ ਵੀ ਹਦੀਸੇ ਨਬੀ ਦੀ ਰੋਸ਼ਨੀ ਦੇ ਵਿੱਚ ਕਿ ਜਦੋਂ ਕਾਫਰ ਦੀ ਮੌਤ ਦਾ ਵਕਤ ਆਉਂਦਾ ਹੈ ਤੇ ਇਹਦੀ ਰੂਹ ਕਬਜ਼ ਕਰਨ ਵਾਸਤੇ ਇੰਤਹਾਈ ਖੌਫਨਾਕ ਸਿਆਹ ਚਿਹਰੇ ਵਾਲੇ ਫਰਿਸ਼ਤੇ ਟਾਟ ਦਾ ਬਦਬੂਦਾਰ ਕਫਨ ਨਾਲ ਲੈ ਕੇ ਆਉਂਦੇ ਨੇ ਤੇ ਆਂਦੇ ਹੀ ਇਹਨੂੰ ਇਹ ਖਬੀਸ ਰੂਹ, ਇਹ ਮਗਜ਼ੂਬ ਰੂਹ ਤੇ ਅਲਫਾਜ਼ ਨਾਲ ਖਿਤਾਬ ਕਰਦੇ ਨੇ। ਇਹ ਅੱਲਾਹ ਦੇ ਗਜ਼ਬ ਤੇ ਜਹੰਨਮ ਦੇ ਅਜ਼ਾਬਾਂ ਦੀ ਬੁਸ਼ਾਰਤ ਦਿੰਦੇ ਨੇ। ਕਾਫਰ ਦੀ ਰੂਹ ਖੌਫ ਤੇ ਡਰ ਦੀ ਵਜ੍ਹਾ ਨਾਲ ਜਿਸਮ ਤੋਂ ਨਿਕਲਣਾ ਨਹੀਂ ਚਾਹੁੰਦੀ। ਫਰਿਸ਼ਤੇ ਇਹਨੂੰ ਇਸ ਤਰ੍ਹਾਂ ਖਿੱਚ ਕੇ ਕੱਢਦੇ ਨੇ ਜਿਸ ਤਰ੍ਹਾਂ ਕੰਡੇਦਾਰ ਲੋਹੇ ਦੀ ਸਲਾਖ ਗਿੱਲੀ ਉੱਨ ਨਾਲ ਜ਼ਬਰਦਸਤੀ ਖਿੱਚ ਕੇ ਕੱਢੀ ਜਾਂਦੀ ਹੈ। ਨਾਉਜ਼ ਬਿल्ला।
कुरान मजीद दे विच इस कैफियत दा जिक्र इन्हां अल्फाज दे विच कीता गया है, वन नाज़िगात गरकन, कसम है इन्हां फरिश्तियां दी जेड़े काफरां दी जान जिस्म दे विच डुब के कढदे ने। सूरत नाज़ियात दे विच आयत नंबर 1, यानी ओ निकलना नहीं चाहते मगर फरिश्ते इनू जबरदस्ती कढदे ने। दूसरी जगह अरशाद बारी ताला हुंदी है सूरतुल इनाम आयत नंबर 93 दे विच कि वलाउ तरा इज़ ज़ालिमून फी गमरातिल मौत वल मलाइकातु बासितु ऐदीहिम अखरिजू अनफुसकुम यौमा तुजज़ौना अज़ाबल हुने बिमा कुंतुम तक़ूलूना अलल्लाहि गैरिल हक़ व कुंतुम अन आयातिही तस्तकबिरून। ए सूरत इनाम दी आयत नंबर 93 में काश तुसी ਜ਼ਾਲਮਾਂ ਨੂੰ ਇਸ ਹਾਲਤ ਦੇ ਵਿੱਚ ਵੇਖ ਸਕੋ ਜਦੋਂ ਉਹ ਮੌਤ ਦੀ ਜਾਨ ਕਨੀ ਦੇ ਵਿੱਚ ਮੁਬਤਲਾ ਹੁੰਦੇ ਨੇ ਤੇ ਫਰਿਸ਼ਤੇ ਹੱਥ ਵਦਾ ਕੇ ਆਖ ਰਹੇ ਹੁੰਦੇ ਨੇ, ਕੱਢ ਆਪਣੀ ਜਾਨ, ਲਿਆਓ ਆਪਣੀ ਜਾਨਾਂ। ਅੱਜ ਤੁਹਾਨੂੰ ਇਹਨਾਂ ਗੱਲਾਂ ਦੇ ਬਦਲੇ ਦੇ ਵਿੱਚ ਰੁਸਵਾ ਕੁਨ ਅਜ਼ਾਬ ਦਿੱਤਾ ਜਾਵੇਗਾ ਜਿਹੜੇ ਤੁਸੀਂ ਨਾਹਕ ਅੱਲਾਹ ਤਾਲਾ ਦੇ ਬਾਰੇ ਦੇ ਵਿੱਚ ਆਖਦੇ ਸੀ। ਇਸ ਵਕਤ ਕਾਫਰ ਦੀ ਰੂਹ ਤੋਂ ਇਸ ਕਦਰ ਗਲੀਜ਼ ਬਦਬੂ ਆਉਂਦੀ ਹੈ ਜਿਸ ਤਰ੍ਹਾਂ ਕਿਸੇ ਗਲੇ ਸੜੇ ਮੁਰਦਾਰ ਨੂੰ ਇੰਤਹਾਈ ਮਕਰੂ ਉਹਦੇ ਕੋਲੋਂ ਬੂ ਆਉਂਦੀ ਹੈ। ਫਰਿਸ਼ਤੇ ਜਦੋਂ ਇਹਨੂੰ ਆਸਮਾਨ ਦੀ ਤਰਫ ਲੈ ਕੇ ਜਾਂਦੇ ਲੱਗਦੇ ਨੇ ਤੇ ਆਸਮਾਨ ਦੇ ਫਰਿਸ਼ਤੇ ਉੱਥੋਂ ਹੀ ਇਹਦੀ ਬਦਬੂ ਮਹਿਸੂਸ ਕਰ ਲੈਂਦੇ ਨੇ ਤੇ ਆਖਦੇ ਨੇ, ਕੌਣ ਹੈ ਖਬੀਸ ਰੂਹ ਆਸਮਾਨਾਂ ਦੀ ਤਰਫ ਲਈ ਜਾ ਰਹੀ ਹੈ। ਚੁਨਾਚੇ ਜਦੋਂ ਬਹੁਤ ਫਰਿਸ਼ਤੇ ਕਾਫਰ ਦੀ ਬਦਬੂਦਾਰ ਰੂਹ ਨੂੰ ਲੈ ਕੇ ਆਸਮਾਨੇ ਅਵਲ ਤੇ ਪਹੁੰਚਦੇ ਨੇ ਤੇ ਦਸਤਕ ਦੇਣ ਉੱਤੇ ਪੁੱਛਿਆ ਜਾਂਦਾ ਹੈ ਕਿ ਇਹ ਕਿਹਦੀ ਰੂਹ ਹੈ, ਕੌਣ ਹੈ। ਜਵਾਬ ਦੇ ਵਿੱਚ ਮੌਤ ਦੇ ਫਰਿਸ਼ਤੇ ਆਖਦੇ ਨੇ, ਇਹ ਫਲਾਂ ਇਬਨੇ ਫਲਾਂ ਹੈ। ਆਸਮਾਨ ਦੇ ਫਰਿਸ਼ਤੇ ਜਵਾਬ ਦਿੰਦੇ ਨੇ, ਇਸ ਖਬੀਸ ਜਿਸਮ ਦੀ ਖਬੀਸ ਰੂਹ ਲਈ ਕੋਈ ਮਰਹਬਾ ਨਹੀਂ, ਇਸ ਲਈ ਆਸਮਾਨ ਦੇ ਦਰਵਾਜ਼ੇ ਨਹੀਂ ਖੋਲੇ ਜਾਵਣਗੇ, ਇਹਨੂੰ ਜ਼ਲੀਲ ਕਰਕੇ ਵਾਪਸ ਜ਼ਮੀਨ ਉੱਤੇ ਭੇਜ ਦਿਓ। ਚੁਨਾਚਾ ਫਰਿਸ਼ਤੇ ਇਹਨੂੰ ਆਸਮਾਨ ਅਵਲ ਤੋਂ ਹੀ ਜ਼ਮੀਨ ਉੱਤੇ ਪਟਖ ਦਿੰਦੇ ਨੇ ਔਰ ਉਧਰ ਅੱਲਾਹ ਸੁਬਹਾਨਾ ਤਾਲਾ ਦੀ ਤਰਫੋਂ ਹੁਕਮ ਹੁੰਦਾ ਹੈ ਕਿ ਇਹਦਾ ਨਾਮ ਸਿਜੀਨ ਯਾਨੀ ਕਾਫਰਾਂ ਦੀ ਫਹਿਰਿਸਤ ਦੇ ਵਿੱਚ ਲਿਖ ਦਿਓ। ਇਹਦੇ ਬਾਅਦ ਇਹਦੀ ਰੂਹ ਸਵਾਲੋ ਜਵਾਬ ਵਾਸਤੇ ਦੁਬਾਰਾ ਇਹਦੇ ਜਿਸਮ ਪਰ ਲੁਟਾ ਦਿੱਤੀ ਜਾਂਦੀ ਹੈ। ਨੌਜ਼ ਬਿल्ला। ਕਬਰ ਦੇ ਵਿੱਚ ਮੁਨਕਰੋ ਨਕੀਰ ਜਦੋਂ ਕਾਫਰ ਦੇ ਸਵਾਲੋ ਜਵਾਬ ਵਾਸਤੇ ਆਉਂਦੇ ਨੇ ਤੇ ਉਹ ਬੜਾ ਹੀ ਸਖਤ ਖੌਫਜ਼ਦਾ ਤੇ ਘਬਰਾਇਆ ਹੋਇਆ ਹੁੰਦਾ ਹੈ। ਮੁਨਕਰ ਤੇ ਨਕੀਰ ਪੁੱਛਦੇ ਨੇ, ਮਨ ਰੱਬੋ ਕਾ, ਮਨ ਨਬੀਓ ਕਾ, ਮਾਂ दीनों का। काफिर जवाब दे विच आखता है, हा ला अदरी, हाय अफसोस मैं नहीं जानता। मुनाफिक आदमी आखता है, मैं ते जो कुछ लोकां नूं आखदे सुनिया सी बस उही मैं कहना वा। मुनाफिक दे इस जवाब तो बाद जन्नत दी तरफ दरवाजा खोल के इनू जन्नत दियां नेमतां दी एक झलक दिखाई जांदी है ते इनू दस्सिया जांदा है कि ऐ वे ओ जन्नत जिहदा अल्लाह ने तुहाडे नफाक दी वजह नाल तुहानू इस तो महरूम कर दिता है। यानी तुसी रब सोने दियां आयात तो इनकार कीता, ओदी मुलाकात नू झुठलाया तो उन्होंने हमेशा झूठा ही समझिया कि यह कुछ भी नहीं होना, बस इहो जिंदगी है, मौत तो बाद कोई जिंदगी नहीं। फिर इनू जहन्नम दी तरफ एक दरवाजा खोल दिता जाता है जिस तो इनू अग दा अजाब विखाया जाता है ते नाल ही इनू जहन्नम दे विच इहदी क़याम गाह भी दिखाई जाती है। ਤਾਂ ਫਿਰ ਅੱਲਾਹ ਸੁਭਾਨਾ ਤਾਲਾ ਦੀ ਤਰਫੋਂ ਹੁਕਮ ਹੁੰਦਾ ਹੈ ਕਿ ਇਹਨੂੰ ਅੱਗ ਦਾ ਲਿਬਾਸ ਪਹਿਨਾ ਦਿਓ ਤੇ ਇਹਦੇ ਲਈ ਅੱਗ ਦਾ ਬਿਸਤਰ ਵਿਛਾ ਦਿਓ। ਅੰਨੇ ਤੇ ਬਹਿਰੇ ਫਰਿਸ਼ਤੇ ਇਹਦੇ ਉੱਤੇ ਮੁਸੱਲਤ ਕਰ ਦਿੱਤੇ ਜਾਂਦੇ ਨੇ ਜਿਹੜੇ ਇਹਨਾਂ ਨੂੰ ਲੋਹੇ ਦੇ ਗਰਜ਼ ਜਿਹੜੇ ਨੇ ਉਹ ਮਾਰਦੇ ਨੇ। ਤੇ ਰਸੂਲullah सल्लल्लाहु अलैहि वसल्लम ने फरमाया, गज इस कदर वजनी होता है, यानी लोहे का जिहड़ा बहुत ही वड्डा घस की डंडा कह सकते हैं उन्होंने या सरिया टाइप कह सकते हैं। अगर एडा वो वजनी होता है, नबी करीम सल्लल्लाहु अलैहि वसल्लम फरमाते हैं कि अगर पहाड़ उत्ते भी वो मारिया जाए ना तो वो रेजा हो जाए। इहदे नाल काफर उत्ते 99 असदे यानी वड्डे सप 99 असदे मुसल्लत कर दिते जाते हैं, यानी उन्होंने छड़ते नहीं, वो नोचते ने, मुसल्लत हो जाते हैं जो इनू क़यामत तक दसते रहते हैं। रसूलुल्लाह सल्लल्लाहु अलैहि वसल्लम दा इरशाद मुबारक है, कब्र दा जेड़ा असदा है ना, कब्र दा असदा इस कदर जहरीला हुंदा है कि अगर जमीन उत्ते एक दफा फूक मार दे ते जमीन उत्ते कदी भी सब्जा ना हो, यानी इन्ना जहर हुंदा है कि उस जमीन सब्जा उगाना छड़ देवे। इन्हां अजाबां दे नाल एक होर अजाब भी काफर नूं दिता जांदा है, वो है कि कब्र दीयां दीवारां बार-बार काफर नूं शिकंजे दी तरह जकड़दियां ने ते हर वारी इहदियां पसलियां दूजी तरफ दियां पसलियां दे विच तंस जांदियां ने, वड़ जांदियां ने, यानी आपस च इन्नी वो कब्र तंग कर दित्ती जांदी है कि एक साइड दियां पसलियां एक पासे दियां दूजे पासे दे विच जाके घुस जांदियां ने। ये सारे अजाब क़यामत तक काफर नूं मिलदे ही रहिंदे ने। ते कब्र दे विच काफर दे कोल एक इंतहाई बदसूरत बदबूदार ते डरावनी शक्ल दा इंसान हुंदा है। काफर पुछदा है, तू कौन है? वो आखदा है, मैं तेरे अमाल हां ते तैनूं बुरे अमाल दी खबर देण आया वां।
ਕਾਫਰ ਖੌਫਜ਼ਦਾ ਹੋ ਕੇ ਆਖਦਾ ਹੈ, ਐ ਮੇਰੇ ਰੱਬ ਕਿਆਮਤ ਕਾਇਮ ਨਾ ਕਰੀ। ਇੰਜ ਕਾਫਰ ਮੌਤ ਦੇ ਲਮੇ ਤੇ ਨਾਲ ਹੀ ਅੱਲਾਹ ਦੇ ਅਜ਼ਾਬ ਦੇ ਵਿੱਚ ਗ੍ਰਿਫਤਾਰ ਹੋ ਜਾਂਦਾ ਹੈ ਔਰ ਕਿਆਮਤ ਕਾਇਮ ਹੋਣ ਤੱਕ ਮੁਸਲਸਲ ਇਹਨਾਂ ਸਾਰੇ ਅਜ਼ਾਬਾਂ ਦੇ ਵਿੱਚ ਮੁਬਤਲਾ ਰਹਿੰਦਾ ਹੈ। ਅੱਲਾਹ ਤਾਲਾ ਆਪਣੇ ਫਜ਼ਲ ਕਰਮ ਨਾਲ ਹਰ ਮੁਸਲਮਾਨ ਦੀ ਕਬਰ ਨੂੰ ਹਰ ਤਰ੍ਹਾਂ ਦੇ ਅਜ਼ਾਬ ਤੋਂ ਮਹਿਫੂਜ਼ ਫਰਮਾਏ, ਆਮੀਨ। ਤੇ ਇਹ ਮੈਂ ਤੁਹਾਨੂੰ ਅਹਾਦੀਸ ਨਬੀ ਦੀ ਰੋਸ਼ਨੀ ਦੇ ਵਿੱਚ ਔਰ ਕੁਰਾਨ ਪਾਕ ਦੀਆਂ ਆਇਤ ਦੀ ਰੋਸ਼ਨੀ ਦੇ ਵਿੱਚ, ਜਿਹਦੇ ਚ ਕੋਈ ਸ਼ੱਕ ਨਹੀਂ, ਅਸੀਂ ਮੁਸਲਮਾਨ ਕਹਿੰਦੇ ਹਾਂ ਕਿ ਇਹਦੀ ਜ਼ੇਰ ਜ਼ਬਰ ਵਿੱਚ ਵੀ ਸ਼ੱਕ ਨਹੀਂ, ਇਹਦੀ ਜ਼ੇਰ ਜ਼ਬਰ ਵਿੱਚ ਸ਼ੱਕ ਨਹੀਂ, ਲਫ਼ਜ਼ या आयत ते बहुत दूर दी गल है। ते सूरत इनाम दी देखो आयत नंबर 93 में जो बहुत खुल के चीज बयान हुई है और इसी तरह ही तुसी सूरत काफ दियां मैं आयात नू बयान कीता है और इसी तरह ही असी दूसरियां सूरतां नू जिहड़ी मैं हुण तुहाडे सामने बयान कीतियां ने जिहदी रोशनी दे विच मैं तुहानू सारी तफसील दित्ती है कि सूरत आले इमरान ने उहदे च कुरान पाक ने जिक्र कीता है कुल्लु नफ्सिन ज़ाइक़तुल मौत। ते इसी तरह सूरतुल कसस आयत नंबर 88 दे विच अल्लाह ताला ने जिहड़ा फरमाया है। ते इसी तरह कई होर जगह ते क़यामत दी जिहड़ी होल नाकियां दा ओहदा जिक्र है। ये मैं हल्किया जिहा सिर्फ तुहानू तारफ इसलिए करवाया है तां जे असी इन्हां आयात दी ताकि असी इन्हां आयात नू अच्छी तरह समझ सकीए। मैं आयत नंबर 99 तुहाडे सामने तिलावत कीती सी कि हत्ता कि जदों इन्हां विचों किसी नू मौत आउंदी है ते ओह आखेगा ऐ मेरे रब मैनू वापस भेज दे। ए किहड़े लोग ने जिहड़े अल्लाह कोलों मौत दे वक्त इल्तिजा करदे, यानी फरिश्ते नू आखदे ने कि मैनू मैं इत्थे नहीं जाना। ए काफर ही कह सकदा ना। ते जदों मुसलमान नू ओहदे एजाज वखाए जांदे ने, ओहदे जन्नत दे विच ओहदे ठिकाने ते ओहदे इन्ने प्रोटोकॉल ते ओहदा सारा कुछ जन्नत दे विचों ओहदा लिबास और फलां दी खुशबू और फुल्लां दी खुशबू और मोहतर लोक और खूबसूरत चेहरे, ते ओह कहंदा बस मैं हुणे ही जावां, मैं इत्थे बस मैनू जल्दी लैके चलो मेरे असल घर च। ते एह फर्क है दोनां दे विच। ते असल जिहड़ी जिंदगी है ओह जिहड़ी ओह कबर तो बाद शुरू होती है। इंसान एक मुसलसल जिहड़ा है ओह हयाती विच रहन दा अमल है, ओह किधरे मुकदा नहीं है क्योंकि रूह अमर है, रूह मरदी नहीं। ऐ सिर्फ वो लिबास चेंज करती है, अपने कदम चेंज करती है, अपने मुकाम चेंज करती है, मुकदी नहीं। वो किधरे ऐ नहीं तुसी कह सकते हो कि रूह मर गई है। ऐ लफ्ज कदी नहीं किधरे भी तुसी सुनिया होएगा और ना ही एदा वजूद किधरे तुहानू मिलेगा कि किसी किताब विच भी कि किसी दी रूह मर गई है। सिवाय उन्हां लोकां दी जिहड़ी बिल्कुल नफ्स दी पूजा करदे ने और इस दुनिया नू सब कुछ जानदे ने और रूह दी आवाज़ और कदी नहीं सुनदे। उन्हां दी रूहां जिहड़ियां ने ओह जरूर गूंगियां बैरियां हो के उन्हां दे अंदर ही पईयां रहिंदियां ने। उन्हां नू इह नफ्स उठण ही नहीं देंदा, जागण ही नहीं देंदा। ते जिस तरह इंसान दे अंदर ओहदी रूह जाग उठदी है, ओहदी तीसरी अख जाग उठदी है। कहंदे ने अल्लाह ताला हर इंसान नू एक गैर शौरी हालत दे विच एक तीसरी अख खोल दिंदा है। हजरत इमाम सादक दा कौल है कि जिहड़ा तुसी इस्तिखारा करदे हो कि इस्तिखारे दे विच तुहानू ख्वाब दे विच अल्लाह ताला इशारा दिंदा है कि काम तुहाडे बसे अच्छा है या बुरा है। ये ताकत या ये तीसरी अख उदों काम करदी है रूह दी जदों तुहाडे हवासे खमजा बिल्कुल सौ जांदे ने, यानी तुसी शऊर दी दुनिया चों तुहाडा ताल्लुक बिल्कुल कट जांदा है। तुसी गहरी नींद च हुंदे हो और तुहाडा कोई तां नहीं पता कि तुसी किथे हो। उस वक्त रूह जागती है ते ओह फिर तुहानू जो भी तुसी अल्लाह ताला कोलों सवाल कीता हुंदा है और रब सोने दे सामने रखती है और फिर किसी ना किसी सूरत ऐसी सूरत जिहड़ी तुहाडी शऊर दे मुताबिक होए, जिन्नू तुसी समझ सको, उहदे मुताबिक तुहाडे सवाल दा जवाब देंदी है। ते जिहड़े लोग सुआई देंदे ने ओह तीसरी अख नू कदी सोचदे ही नहीं कि साडे अंदर एक ऐसी अख भी है कि अगर ओह जाग गई ते फिर इन्हां दोनों अखां सिर्फ उही वेखणगियां जिहदी तलब तीसरी अख करेगी। इहदे अलावा फिर दुनिया दीयां पैड़ियां चीज़ां नहीं वेखणगियां, ना ही ओह फाशी और रानियां नू देखणगियां ते ना ओह किसी दे माल बल ललचाई नजर नाल वेखणगियां। ते ओह सिर्फ उही वेखना चाहणगियां जो रब सोना पसंद करता है। फाइज़ा नुफ़िख़ फ़िस्सूरि फला अनसाबा बैनहुम यौमइज़िन वला यतसाअलून फमन सक़ुलत मवाज़ीनुहु फ़उलाइका हुमुल मुफ़्लिहून वमन खफ़्फ़त मवाज़ीनुहु फ़उलाइका अल्लज़ीना ख़सिरू अनफुसहुम फ़ी जहन्नम ख़ालिदून तल्फ़हु वजूहहुमुन नारु वहुम फ़ीहा कालिहून अलम तकुन आयती तुतला अलैकुम फ़कुन्तुम बिहा तुकज़्ज़िबून। फिर जदों सूर विच फूंकिया जाएगा तो इस दे ना इन्हां विच रहन वाले दियां रिश्तेदारियां रहनगियां ते ना ओ बाहम सवाल करनगे। फिर जिदे पलड़े भारी होवणगे ते उहियो फला पावन वाले होणगे ते जिदे पलड़े हल्के होए तो उहियो ने जिन्हां ने अपने आप नू खसारे दे विच पा दिता ते ओ हमेश जहन्नम दे विच रहनगे। अग इन्हां दे चेहरे चुलस देवेगी ते ओ इहदे विच बद शक्ल हो जाणगे। आखिया जाएगा क्या तुहाडे उत्ते मेरियां आयात तलावत नहीं कीतियां जांदियां सी? फिर तुसी इन्हां नू झुठला
देंदे सी। देखो इत्थे अल्लाह ताला ने साफ वाज़िया इन्हां आयात दे विच भी कर दिता है, सूरत अल मोमिनून दे विच आयत नंबर 104 और 5 विच, कि ਉਹ ਲੋਕ ਜਿਹੜੇ ਆਇਤ ਨੂੰ ਝੁਠਲਾਉਂਦੇ ਨੇ, ਜਿਹੜੇ ਕਹਿੰਦੇ ਨੇ ਕੁਰਾਨ ਝੂਠ ਹੈ, ਪਿਛਲੀਆਂ ਦੀਆਂ ਕਹਾਣੀਆਂ ਨੇ, ਇਹ ਨਬੀ ਕਰੀਮ ਸੱਲੱਲਾਹੁ ਅਲੈहि ਵਸੱਲਮ ਨੂੰ ਕਿਸੇ ਸ਼ਾਇਰ ਨੇ ਸੁਣਾ ਦਿੱਤਾ ਹੈ, ਜਾਂ ਇਹ ਪੁਰਾਣੀਆਂ ਕਿਤਾਬਾਂ ਦੀ ਨਕਲ ਹੈ, ਇਹ ਕੋਈ ਵੀ ਤਰੀਕੇ ਦੇ ਨਾਲ ਇਹ ਤੇ ਸ਼ੱਕ ਕਰਦੇ ਨੇ। ਇਹ ਉਹਨਾਂ ਦਾ ਅੰਜਾਮ ਅੱਲਾਹ ਤਾਲਾ ਨੇ ਕੁਰਾਨ ਪਾਕ ਦੇ ਵਿੱਚ ਦੱਸਿਆ ਹੈ। ਔਰ ਤੁਸੀਂ ਚੰਦ ਲਮੇ ਪਹਿਲੇ ਮੈਂ ਇਹਨਾਂ ਕਾਫਰਾਂ ਦੀ ਮੌਤ ਦਾ ਅਹਿਵਾਲ ਵੀ ਤੁਹਾਨੂੰ ਦੱਸਿਆ ਕਿ ਜਦੋਂ ਇਹਨਾਂ ਨੂੰ ਮੌਤ ਆਂਦੀ ਹੈ ਤੇ ਆਖਦੇ ਨੇ ਇੱਕ ਲਮਹਾ ਦੇ ਤੇ ਰੱਬ ਸੋਹਣਿਆ ਅਸੀਂ ਵਾਪਸ ਜਾ ਕੇ ਕਲਮਾ ਵੀ ਪੜ੍ਹ ਲਾਂਗੇ ਤੇ ਚੰਗੇ ਕੰਮ ਵੀ ਕਰਾਂਗੇ ਤੇ ਤੇਰੇ ਨਬੀ ਤੇ ਈਮਾਨ ਵੀ ਲਿਆਵਾਂਗੇ। ਲੇਕਿਨ ਉਦੋਂ ਫਰਿਸ਼ਤੇ ਇਹਨਾਂ ਨੂੰ ਇੱਕ ਲਮਹੇ ਦੀ ਵੀ ਜਿਹੜੀ ਮੋਹਲਤ ਨਹੀਂ ਦਿੰਦੇ। ਕਾਲੂ ਰੱਬਨਾ ਗਲਬਤ ਅਲੈਨਾ शिकवतुना वकुन्ना कौमुन ज़ालिना रब्बना अखरिजना मिन्हा फ़इन उदना फ़इन्ना ज़ालिमून क़ाला अख़्साउ फ़ीहा वला तुकल्लिमून इन्नहु काना फ़रीक़ुम मिन इबादी यक़ूलूना रब्बना आमन्ना फ़ग़फ़िर लना वरहमना अंता ख़ैरुर राहिमीन फ़त्तख़ज़्तुमूहुम सिख़रिय्यन हत्ता अनसूकुम ज़िक्री वकुन्तुम मिनहुम तज़हकून। ਉਹ ਆਖਣਗੇ ਇਹ ਸਾਡੇ ਰੱਬ, ਸਾਡੀਆਂ ਬਦਬਖਤੀਆਂ ਸਾਡੇ ਉੱਤੇ ਗਾਲਬ ਆ ਗਈਆਂ ਔਰ ਵਾਕਈ ਅਸੀਂ ਲੋਕ ਗੁੰਮਰਾਹ ਸੀ। ਇਹ ਸਾਡੇ ਰੱਬ ਸਾਨੂੰ ਇੱਥੋਂ ਕੱਢ ਲੈ, ਫਿਰ ਅਗਰ ਅਸੀਂ ਵਾਪਸ ਦੁਨੀਆ 'ਚ ਜਾਵਾਂਗੇ ਤੇ ਰੱਬ ਸੋਨਾ ਆਖਦਾ ਹੈ ਕਿ ਤੁਸੀਂ ਦੁਬਾਰਾ ਉਹੀਓ ਕੰਮ ਕਰੋਗੇ, ਬੇਸ਼ੱਕ ਤੁਸੀਂ ਬਿਲਾਸ਼ੁਬਾ ਬੜੇ ਹੀ ਜ਼ਾਲਮ ਹੋ। ਅੱਲਾਹ ਫਰਮਾਏਗਾ ਐਸੇ ਜਹੰਨਮ ਦੇ ਵਿੱਚ ਜ਼ਲੀਲੋ ਖਵਾਰ ਹੋ ਕੇ ਪਵੇ ਰਹੋ ਤੇ ਮੇਰੇ ਨਾਲ ਕਲਾਮ ਹੀ ਨਾ ਕਰੋ। ਬੇਸ਼ੱਕ ਮੇਰੇ ਬੰਦਿਆਂ ਦੇ ਵਿੱਚੋਂ ਇੱਕ ਗਰੋਹ ਸੀ ਜਿਹੜਾ ਆਖਦਾ ਸੀ ਐ ਸਾਡੇ ਰੱਬ ਸਾਨੂੰ ਅਸੀਂ ਈਮਾਨ ਲਿਆਇਆ, ਲਿਹਾਜ਼ਾ ਤੂੰ ਸਾਡੀ ਮਗਫਰਤ ਫਰਮਾ ਤੇ ਸਾਡੇ ਉੱਤੇ ਰਹਿਮ ਫਰਮਾ ਔਰ ਤੂੰ ਹੀ ਹੋਇਆ ਜਿਹੜਾ ਸਭ ਤੋਂ ਬਹੁਤਾ ਰਹਿਮ ਕਰਨ ਵਾਲਾ ਹੈ। ਫਿਰ ਤੁਸੀਂ ਉਹਨਾਂ ਨੂੰ ਹੰਸੀ ਮਜ਼ਾਕ ਬਣਾ ਲਿਆ, ਹੱਤਾ ਕਿ ਉਹਨਾਂ ਨੇ ਤੁਹਾਨੂੰ ਮੇਰੀ ਯਾਦ ਹੀ ਭੁਲਾ ਦਿੱਤੀ ਤੇ ਤੁਸੀਂ ਇਹਨਾਂ ਉੱਤੇ ਹੱਸਦੇ ਰਹਿੰਦੇ ਸੀ। ਇੱਥੇ ਅੱਲਾਹ ਤਾਲਾ ਨੇ ਕੁਫਾਰ ਦਾ ਜ਼ਿਕਰ ਕੀਤਾ ਹੈ ਜਿਹੜੇ ਕੁਰਾਨ ਨੂੰ ਹੰਸੀ ਮਜ਼ਾਕ ਬਣਾ ਲੈਂਦੇ ਨੇ ਔਰ ਸ਼ੱਕ ਕਰਦੇ ਨੇ ਔਰ ਕੁਰਾਨ ਨੂੰ ਔਰ ਇਸਲਾਮ ਨੂੰ ਬਦਨਾਮ ਕਰਨ ਦੀ ਪੂਰੀ ਦੁਨੀਆ ਦੇ ਵਿੱਚ ਕੋਸ਼ਿਸ਼ ਕਰਦੇ ਨੇ। ਔਰ ਜਿਹੜਾ ਵੀ ਕੋਈ ਦਹਿਸ਼ਤਗਰਦ ਫੜਿਆ ਜਾਂਦਾ ਹੈ ਜਾਂ ਜਿਹੜਾ ਵੀ ਜਿੱਥੇ ਵੀ ਕੋਈ ਗਲਤ ਕੰਮ ਹੁੰਦਾ ਹੈ ਉਹ ਕਹਿੰਦੇ ਨੇ ਇਹ ਤਾਂ ਮੁਸਲਮਾਨਾਂ ਦਾ ਹੀ ਕੰਮ ਹੈ। ਇਹ ਇਸਲਾਮ ਨੂੰ ਬਦਨਾਮ ਕਰਨ ਦੀਆਂ ਸਾਜ਼ਿਸ਼ਾਂ ਹੁੰਦੀਆਂ ਨੇ। ਕਿਸੇ ਨਾ ਕਿਸੇ ਸੂਰਤ ਦੇ ਵਿੱਚ ਉਹ ਚਾਹੁੰਦੇ ਨੇ ਕਿ ਇਹ ਜਿਹੜੇ ਇਸਲਾਮ ਦੀ ਸੱਚਾਈ ਹੈ, ਕੁਰਾਨ ਦੀ ਸੱਚਾਈ ਹੈ, ਉਹ ਦੁਨੀਆ ਦੇ ਸਾਹਮਣੇ ਨਾ ਆਵੇ ਔਰ ਹਮੇਸ਼ਾ ਦੁਨੀਆ ਸ਼ੱਕੋ ਸ਼ੁਬਾ ਦੇ ਵਿੱਚ ਹੀ ਮੁਬਤਲਾ ਰਹੇ ਕਿ ਵਾਕਈ ਇਹ ਤੇ ਗੱਲ ਸੱਚੀ ਹੈ। ਜਦਕਿ ਤੁਸੀਂ ਕੁਰਾਨ ਨੂੰ ਜਦੋਂ ਪੜੋਗੇ ਤਾਂ ਇੱਕ ਇੱਕ ਲਮਹਾ, ਇੱਕ ਇੱਕ ਜਿਹੜਾ ਇਹਦਾ ਲਫ਼ਜ਼ ਹੈ ਉਹ ਤੁਸੀਂ ਅਮਨ ਵੱਲ ਬੁਲਾਉਣ ਵਾਲਾ ਹੈ, ਉਹ ਇਨਸਾਨੀ ਹਕੂਕ ਦੇ ਉੱਤੇ ਅਲੰਬਰਦਾਰ ਹੈ। ਔਰ ਦੁਨੀਆ ਦੇ ਵਿੱਚ ਜਿਹੜਾ ਪਹਿਲਾ ਇਨਸਾਨੀ ਹਕੂਕ ਦਾ ਚਾਰਟ ਬਣਿਆ ਸੀ ਨਾ, ਉਹ ਨਬੀ ਕਰੀਮ ਸੱਲੱਲਾਹੁ ਅਲੈहि ਵਸੱਲਮ ਦਾ ਆਖਰੀ ਖੁਤਬਾ ਹੈ। ਉਹਦੇ ਵਿੱਚ ਤੁਸੀਂ ਕਦੀ ਅੱਲਾਹ ਤਾਲਾ ਤੁਹਾਨੂੰ ਜ਼ਿੰਦਗੀ, ਸਿਹਤ, ਤੰਦਰੁਸਤੀ ਔਰ ਮੌਕਾ ਦੇ, ਤੁਸੀਂ ਉਹ ਕਦੀ ਖੁਤਬਾ ਪੜ੍ਹਨਾ ਉਰਦੂ ਚ, ਪੰਜਾਬੀ ਚ, ਇੰਗਲਿਸ਼, ਜੋ ਵੀ ਤੁਹਾਡੀ ਜ਼ੁਬਾਨ ਹੈ, ਤੇ ਉਹ ਤੁਸੀਂ ਉਹ ਦੇਖੋਗੇ ਕਿ 1400 ਸਾਲ ਪਹਿਲੇ ਜਿਹੜਾ ਨਬੀ ਕਰੀਮ ਸੱਲੱਲਾਹੁ ਅਲੈहि ਵਸੱਲਮ ਨੇ ਖੁਤਬਾ ਦਿੱਤਾ ਸਾਰੀ ਦੁਨੀਆ ਲਈ, ਉਹ ਕਿੰਨਾ ਸੋਹਣਾ ਇਨਸਾਨੀ ਹਕੂਕ ਦਾ ਚਾਰਟ ਹੈ। ਉਹਦੇ ਚ ਮਰਦ, ਔਰਤਾਂ, ਬੱਚੇ, ਬੁੱਢੇ, ਵਾਲਦੈਨ, ਗੁਲਾਮ, ਕਨੀਜ਼ਾ, ਪਰਿੰਦੇ, ਜਾਨਵਰ, ਹਰ ਚੀਜ਼ ਦੇ ਹਕੂਕ ਬਿਆਨ ਕੀਤੇ ਗਏ ਨੇ ਔਰ ਇੱਕ ਮੁਕੰਮਲ ਇੱਕ ਐਸਾ ਤੁਹਾਨੂੰ ਦੀਨ ਔਰ ਐਸਾ ਰਸਤਾ ਦੱਸਿਆ ਗਿਆ ਜਿਹਦੇ ਉੱਤੇ ਅਗਰ ਤੁਸੀਂ ਚੱਲੋਗੇ ਤੇ ਤੁਹਾਡੀ ਦੁਨੀਆ ਵੀ ਅਲਹਮਦੁਲਿਲਾ ਆਲਾ ਤੇ ਆਖਰਤ ਤੇ ਬਹੁਤ ਹੀ ਆਲਾ ਹੋਏਗੀ। ਤੇ ਅਗਰ ਤੁਸੀਂ ਇਨਸਾਨੀ ਹਕੂਕ ਦਾ ਚਾਰਟ ਔਰ ਅਸਲ ਮੁਸਲਮਾਨਾਂ ਦੇ ਚਿਹਰੇ ਦੇਖਣਾ ਚਾਹੋ ਤੇ ਤੁਸੀਂ ਨਬੀ ਕਰੀਮ ਸੱਲੱਲਾਹੁ ਅਲੈहि ਵਸੱਲਮ ਦੇ ਕਿਰਦਾਰ ਨੂੰ ਵੇਖੋ, ਕਿਉਂਕਿ ਬਾਕੀ ਦੁਨੀਆ ਦੇ ਮੁਸਲਮਾਨਾਂ ਦੇ ਨੂੰ ਅਸੀਂ ਮਾਡਲ ਨਹੀਂ ਕਹਿ ਸਕਦੇ, ਲੇਕਿਨ ਜਦੋਂ ਅਸੀਂ ਕਿਸੇ ਚੀਜ਼ ਨੂੰ ਰਿਪਰੈਜ਼ੈਂਟ ਕਰਨਾ ਹੁੰਦਾ ਹੈ, ਕਿਸੇ ਨੂੰ ਪੇਸ਼ ਕਰਨਾ ਹੁੰਦਾ ਹੈ ਜਾਂ ਦੱਸਣਾ ਹੁੰਦਾ ਹੈ ਕਿ ਇਹ ਚੀਜ਼ ਕੀ ਹੈ, ਉਹਦਾ ਤਾਰਫ ਕਰਵਾਉਣਾ ਹੁੰਦਾ ਹੈ, ਤੇ ਫਿਰ ਉਹਦੀ ਅਸਲ ਹਾਲਤ ਦੇ ਵਿੱਚ ਅਸੀਂ ਦੁਨੀਆ ਦੇ ਸਾਹਮਣੇ ਲੈ ਕੇ ਆਨੇ ਆ ਕਿ ਇਹ ਇਹਦੀ ਅਸਲ ਸੂਰਤ ਹੈ। ਤੇ ਅਸਲ ਜਿਹੜੀ ਸੂਰਤ ਹੈ ਦੀਨ ਦੀ ਮੁਕੰਮਲ ਅਹਿਸਨ, ਉਹ ਸਾਡੇ ਨਬੀ ਕਰੀਮ ਸੱਲੱਲਾਹੁ ਅਲੈहि ਵਸੱਲਮ ਦਾ ਉਸਵਾ ਹੁਸਨਾ ਹੈ ਕਿ ਅੱਲਾਹ ਤਾਲਾ ਨੇ ਉਹਨਾਂ ਦੇ ਕਿਰਦਾਰ ਔਰ ਉਹਨਾਂ ਦੇ ਇਖਲਾਕ ਦੀਆਂ ਕਸਮਾਂ ਖਾਧੀਆਂ ਨੇ ਔਰ ਯਕੀਨਨ ਕੁਰਾਨ ਦੇ ਕਿਸੇ ਲਫ਼ਜ਼ ਉੱਤੇ ਵੀ ਸਾਨੂੰ ਸ਼ੱਕ ਕਰਨ ਦੀ ਗੁੰਜਾਇਸ਼ ਨਹੀਂ। ਤੇ ਸਾਨੂੰ ਇਹ ਅੱਖਾਂ ਬੰਦ ਕਰਕੇ, ਕੰਨ ਬੰਦ ਕਰਕੇ ਸਮਝ ਲੈਣਾ ਚਾਹੀਦਾ ਹੈ ਕਿ ਨਬੀ ਕਰੀਮ ਸੱਲੱਲਾਹੁ ਅਲੈहि ਵਸੱਲਮ ਜਿਨ੍ਹਾਂ ਦੇ ਕਿਰਦਾਰ ਦੀਆਂ ਕਸਮਾਂ ਰੱਬ ਸੋਹਣਾ ਖਾਂਦਾ ਹੈ, ਪੈਦਾ ਕਰਨ ਵਾਲਾ ਤੁਹਾਨੂੰ ਉਹ ਖਾਂਦਾ ਹੈ। ਤੇ ਯਕੀਨਨ ਇਸਲਾਮ ਜਿਹੜਾ ਇੱਕ ਸੱਚਾ ਔਰ ਸਿੱਧਾ ਰਸਤਾ ਹੈ, ਜਿਹੜਾ ਬਿਲਕੁਲ ਸਿੱਧਾ ਰਸਤਾ ਹੈ, ਜਿਹੜਾ ਸਾਨੂੰ ਰੱਬ ਆਪਣੇ ਰੱਬ ਸੋਹਣੇ ਨਾਲ ਮੁਲਾਕਾਤ ਕਰਾਂਦਾ ਹੈ ਤੇ ਸਾਡੀ ਆਖਰਤ ਵੀ ਸੰਵਾਰਦਾ ਹੈ ਔਰ ਦੁਨੀਆ ਵੀ ਸੰਵਾਰਦਾ ਹੈ। ਇੰਨੀ ਜਜ਼ਾਇਤੁਹੁਮੁਲ ਯੌਮਾ ਬਿਮਾ ਸਬਰੂ अन्नहुम हुमुल फाइजून काला कम लबिस्तुम फिल अर्ज़ि अददा सिनीना कालू लबिसना यौमन औ बाज़ा यौमे फस्अलिल आदीन कुल इल्ला बिस्तुम इल्ला कलीलन लौ अन्नकुम कुंतुम तालमून अफा हसिबतुम अन्नमा खलकनाकुम अबसम व अन्नकुम इलैना ला तुरजऊन फ़तअलल्लाहुल मालिकुल खल्क़ ला इलाहा इल्ला हुवा रब्बुल अर्शिल करीम फ़तअलल्लाहुल मालिकुल हक़्क़
ला इलाहा इल्ला हुवा रब्बुल अर्शिल करीम व मन यदउ मा अल्लाह इलाहन आखरा ला बुरहाना लहु बिही फइन्नमा हिसाबहु इंदा रब्बिह इन्नहु ला युफ्लिहुल काफिरून वक़ुल रब्बिग़फिर वरहम व अंता खैरुर राहिमीन। अल्हम्दुलिल्लाह तुसी 118 सूरतां दी तिलावत दा तर्जुमा सुनन दी सादत हासिल कीती है। हुण मैं तुहानू कुछ तफसीर दांगी। बिलाशुबा मैं अज इन्हां दे सबर दा बदला दे दिता है ते बेशक उहियो लोग कामयाब ने। अल्लाह फरमाएगा जमीन दे विच तुसी किन्ने साल रहे सी? वो आखणगे असी एक दिन या दिन दा कुछ हिस्सा। गिनती करन वालियां कोलों पुछ लवो। अल्लाह फरमाएगा वाकई तुसी उत्थे थोड़ा जिहा वक्त ही रहे हो, काश तुसी ए गल दुनिया दे विच जाणदे होंदे। सुभान अल्लाह। कि तुसी समझिया सी कि असी तुहानू बेफायदा ही पैदा कर दिता है और ए कि तुसी कदी भी साडे कोल लौट के वापस नहीं आवोगे। चुनाचा बुलंदो बाला अल्लाह हकीकी बादशाह है ते इहदे सिवा कोई मामूद नहीं और मुअज़्ज़ज़ व मुकर्रम अरश दा रब है। और जो कोई अल्लाह दे नाल किसी होर नू मामूद पुकारे जिदे वास्ते इहदे कोल कोई दलील नहीं ते यकीनन इहदा हिसाब उदे रब दे कोल है। बेशक काफर फला नहीं पावनगे। और आप आखते हो ऐ मेरे रब मेरी मगफरत फरमा ते मेरे उते रहम फरमा ते तू ही है सब तो बेहतर रहम करन वाला। अल्लाह पाक ने इन्हां आखिरी आयात दे विच किड्डे सोहने तरीके दे नाल अपना एक दफा फिर तारफ करवाया है कि मैं उही हां जेड़ा एक वाहिद मामूद आ हकीकी बादशाह हां और मैं इको ही हां ला इलाहा इल्लल्लाह मेरे अलावा कुछ कोई होर नहीं ते ओ बड़ा ही मुअज़्ज़ज़ और बड़ा ही मुकर्रम है ते ओ अर्श वड्डे दा बादशाह है ते रब है ते ओ हकीकी रब है और ओदे अलावा हर शै फना हो जाने वाली है। ते अल्लाह पाक फरमांदा है कि जेड़े काफर कहंदे ने कि अल्लाह ताला है ही नहीं या किसी होर शै नू ओ रब बना लेंदे ने। इको ही गल है, एक बंदा इनकार ही कर दिंदा है कि रब नहीं, एक बंदा किसी होर शै नू अपना बुत बना के कह दिंदा ऐ मेरा रब है मैं ते इनू पूजना। ओ दोनों बराबर ही ने क्योंकि दोनों ही गुमराह ने ते ओ कदी भी फलाह नहीं पाणगे। ना ओ फलाह पाएगा जेड़ा कहंदा है ही कुछ नहीं, मौत दे बाद कोई जिंदगी नहीं। हालांकि अगर मौत दे बाद कोई जिंदगी ना होंदी ते ए भी जिंदगी सानू दित्ती ही ना जांदी। मेरे बहुत ही सुनने वाले मुअज़्ज़ज़ भैन ते भराओ मुसलमानों और जिन्ने भी गैर मुस्लिम मेरे भैन भाई ने उन्हां नू भी मैं हाथ जोड़ के इल्तिजा करनी आ कि तुसी इस चीज ते गौर करो कि एक ऐसी जात है जिन्हें सानू किसी मकसद लई इस दुनिया च भेजिया है। असी बिला मकसद पैदा नहीं हुए। अगर ए दुनिया है ना तो ओ दुनिया भी है और अगर ओ दुनिया ना होंदी तो ए दुनिया भी ना होंदी। क्योंकि सूरत मुल्क आयत नंबर 1 दे विच 29 नंबर पारा है इरशाद बारी ताला हुंदा है कि मैं सिर्फ इसलिए मौतो हयात नू पैदा कीता है कि मैं ए जाना कि तुहाडे चों केड़ा चंगे अमल करदा है। ते साडा एक मकसद है ए पहाड़ ए जमीन ए दरिया ए समुंदर ए चंद ए सूरज ए तारे ए साडी औलादां ए वालदैन ए रिश्तेदारियां ए सब कुछ और इहदे दे नाल जो कुछ भी है ए सब कुछ एक हिकमत है, एक आजमाइश है, एक इम्तिहान है। और अमीरी गरीबी बीमारी बेबसी ए भी सब इम्तिहान है कि एक इंसान गरीबी दे विच की खैरात करदा है। क्या एक जिदे बच्चे काफी होन और उदे कोई जरिया रोजगार ना होवे क्या वो भी अपनी सुकी हुई रोटी विचों एक जेड़ा टुकड़ा कट के किसी जानवर नू पांदा है? क्योंकि रब सोने नू गरीब दी जेड़ी खैरात है वो बड़ी पसंद है क्योंकि उदे ओ करदे होए अपने नफ्स ते कंट्रोल करता है, वो अपनी ख्वाहिश नू दबांदा है और अल्लाह दी राह दे विच जेड़ी ओ देंदा है जबकि उन्हें खुद सख्त जरूरत होती है। ते इसी तरह अमीर जेड़ा दौलत नू प्यार करता है और प्यार करन दे बावजूद अल्लाह दी राह दे विच खर्च करता है ते ओ भी रब सोने नू बड़ा ही प्यारा लगदा है जेड़ा माल दी मोहब्बत दे बावजूद माल नू अल्लाह सोने दी राह दे विच खर्च करदे कि नहीं मैं उदी राह दे विच खर्च करना वा बेशक मैनू इहदे नाल बड़ी मोहब्बत है। इसी तरह ओ औलाद जिहड़ी तुहानू बड़ी प्यारी है जिहदे वास्ते तुसीं जायज़ नजायज़ भी करन तो दरेग नहीं करदे कि बस मेरे बच्चे नू यह चीज़ मिल जाए। ते अल्लाह ताला देखदा है कि ये अपने बच्चे नू बहुता प्यार करदा है या मेरे दसे हुए जेडे असूल ने रिज़्क हराम हलाल खान दे या हकूक किसी नू देन दे या लैन दे या रिश्तेदारी दे या जेड़ी आजमाइश विच भी इनू मैं अपने बच्चे दे वास्ते पाया है ओदे विच ओ मेरा हुक्म जानदा है या अपने बच्चे दी ते अपनी ख्वाहिश नू मुकद्दम रखदा है। यह भी एक बहुत बड़ा इम्तिहान है और इंसानां लई औलाद और माल दे विच ते बड़ी ही वड्डी आजमाइश है, बहुत ही वड्डी आजमाइश है। और जेड़ा इथों निकल गया वो तो फिर सीधा जन्नती है ना, वो तो अल्लाह ताला उनके कोल बड़ा ही राज़ी है। जन्नत और दोज़ख ते यकीनन ये अल्लाह ताला ही जानता है कि उन्हें किनू की देना है और साडे सारी जिंदगी दे अमाल भी
हक दावा नहीं कर सकते कि अल्लाह मैं तो सारी जिंदगी तेरे अगे सजदा ही कीता रखिया ते सिर ही नहीं चुकिया ते हुण ते तू मैनूं जन्नत दे दे। असीं ऐ नहीं कह सकते। क्यों? एक ते ऐ कि साडी अगर 200 साल भी हयाती होवे इस दौर दे विच ते साडी जिहड़ी आने वाली जिंदगी है ना वो कदी ना खत्म होने वाली है। क्या 200 साल भी अगर असीं सजदे च पए रवांगे ते सानूं वो 200 साल दे बदले चलो 1000 दे देगा, 2000 साल दे देगा। ते जिथे एंड ही कोई नहीं, जिदा इख्तिताम ही कोई नहीं, जिदा अखीर ही कोई नहीं, उत्थे ते फिर उहदी रहमत दे बगैर ते कम नहीं चलना ना। उत्थे ते उहदे फजल दे बगैर असीं कुछ भी नहीं। कि वड्डे तो वड्डा भी अमल कर लईए ना, अगर उहदा फजल साडे उत्ते नहीं, उहदा करम, उहदी शफकत साडे उत्ते नहीं ते साडा ओ कुछ भी नहीं। ते इसलिए आख्या जांदा है कि अल्लाह ताला बस तू कबूल कर। उहदी कबूलियत अहम है और वो कबूल करदा है नीयतां नूं देख। उहदा एक म्यार है, वो देखदा है कि ये बंदा किन्नी को मेरे वास्ते कोशिश करता है अपने महदूद वसाइल दे विच रह के। जिस तरह जदों जंग लगी ते नबी करीम सल्लल्लाहु अलैहि वसल्लम ने सब नूं आख्या कि अमीर गरीब सब मुसलमानां नूं कि जंग लगनी ते तुसीं समान लियाओ। सब ने किसी ने कोड़ा दिता, किसी ने ऊंट दिता, किसी ने पैसे दिते, किसी ने यानी अपने अपने तरीके दे नाल उन्होंने माल जमा किया मस्जिद दे विच। ते एक आदमी बहुत ही दुखी होया कि मेरे कोल कुछ भी नहीं। ते उन्हें सोचा कि अल्लाह ताला ते रिज़्क के हलाल जड़ा है पाक माल ही कबूल करता है ते मेरे कोल ते पाक माल इना कोई भी नहीं, ना ही कोई शै कि मैं बिल्कुल समझा कि पाक माल है, मैं जाके नबी करीम सल्लल्लाहु अलैहि वसल्लम दी नजर करा। तो उन्हें की किया, वो पूरी रात उन्हें किसी बाग दे विच मजदूरी की और सुबह हुई तो उन्होंने उम्मीद सी कि काफी मिल जाएगा, लेकिन उन्होंने चंद खजूरां दित्तियां कि वे इस वक्त ते खजूरां ही ने, ए जाके ले जा अपने बीबी बच्चों नूं खवा। ओही खजूरां लैके ते नबी करीम सल्लल्लाहु अलैहि वसल्लम को सुबह सुबह पहुंच गए। तो उन्होंने आख्या कि या रसूल अल्लाह, कल मैं इस नीयत दे नाल घरों निकलिया सी कि अज जो कुछ भी कमावांगा ना ते ए जेहड़े तुसी जमा कर रहे हो जहाद लई, इहदे विच मैं अपना हिस्सा पावांगा। ते उत्थे ढेर लगा होया सी, लोकी बड़े ज़ौक़ो शौक दे नाल लैके आए सन। ते नबी करीम सल्लल्लाहु अलैहि वसल्लम ने किड्डा सोहना उन्हां नूं जवाब दिता। उन्होंने उन्हां दे हत्थ विचों वो चंद खजूरां 4 या 5 खजूरां होणगियां लईयां ते वो सोने चांदी ते ऊंट ते घोड़े ते इन्हां सारे जेड़े कपड़े और दवाइयां और उस दौर च जो कुछ भी हुंदा सी, हथियार जो कुछ भी लोकां ने दिता, वो सारे ढेर दे उत्ते रख दित्तियां। ते फरमाया कि इन्हां सारे ढेर तो ज्यादा वजनी ने। उहदे पिछे की हिकमत सी कि इस बंदे ने दिल नाल पाक माल जमा किया है पूरी रात लाके, ते इन्हें हर शय तो उत्ते रब सोने दा हुक्म रखिया है ते एक खजूरा लेके आया ते इहदे वर्गी माल किदा हो सकता है, जिन्हों खुद भी जरूरत है, जेड़ा खुद भी गरीब आदमी है और खुद भी उन्हें पूरी रात भुखिया रह के ते मजदूरी की है, जिहड़ी मजदूरी मिली वो फौरन मेरे को लेके आ गए। ते इहो माल अल्लाह ताला ये सिर्फ इखलास देखदा है, तुहाडी नीयतां देखदा है। उन्होंने पता है कि असीं किन्ने चुके हां, किन्नियां कोई बातां करने आ, साडे माल किन्ने को पाक ने, साड़ियां गल्लां किन्नियां को सोहणियां ने। वो जानता है कि साड़ियां ये बातां दी हकीकत, साड़ियां ते जड़ियां बहुत ही असीं समझने आ पाक नमाज़ां ने, पाक रोजे ने, पाक माल है, वो भी उन्हां विच भी पता नहीं किन्नी को गंदगी होएगी। असी उस म्यार नूं नहीं पहुंच सकते जेड़ा म्यार ऐसे इंसान दे कोल है जिन्हें पूरी रात अपने घर बूहे दी किसी शै दी परवाह नहीं कीती और भुखिया रहा और सारी रात मजदूरी की और चंद खजूरां मिलियां ते उन्हें कोई शै नहीं वेखी तो रब सोने दी रज़ा वेखी ते नबी करीम सल्लल्लाहु अलैहि वसल्लम दा हुक्म देखा। यह मोहब्बत, यह शान, यह पाक माल इहदे वर्गी किहड़ी शै हो सकती है? ते रब सोना बस इहो चीज वेखदा है, बाकी ते उहदे खजाने च किसी शै दी कमी नहीं, किसी शै दी कमी नहीं। वो बेइंतहा वड्डा बादशाह है, उहदे कोल कोई किसी शै दी कमी नहीं। इसलिए असी अपने रब सोने कोल यही इल्तिजामा करांगे कि रब सोने सानू इंज बना दे कि असी तैनू पसंद आ जाइए। बस सानू नहीं पता असी शौरी करिए, गैर शौरी करिए, सोच के करिए, बगैर सोच के करिए, सानू साडे कोल जबरदस्ती करा लै, असी ना भी करना चाहिए, साडे कोल जबरदस्ती कम करा लै। तू ते कादर है साडे सारे जिस्म ते आजाद ते साडी रूह ते कुदरत रखना है। असी नहीं जानते किहड़ी शै तैनू बड़ी प्यारी लगदी है ते बस तू सानू इस तरह कर दे कि असी तैनू पसंद आ जाइए। सदक़ल्लाहुल अज़ीम। अल्लाहुम्मा सल्ली अला सय्यिदिना मुहम्मदिन नबिय्यिल उम्मी व अला आलिहि व सहबिहि व सल्लम।